कारगिल ਦੇ ਵਿੱਚ ਲੜਾਈ ਦੀਆਂ ਖਬਰਾਂ ਆਈਆਂ ਤਾਂ ਉਦੋਂ ਟੀਵੀ ਰੇਡੀਓ ਚੱਲਦੇ ਹੁੰਦੇ ਸੀਗੇ ਤਾਂ ਉਸ ਤੋਂ ਬਾਅਦ ਦਲਜੀਤ ਹੋਣਾ ਦੀ ਡਿਊਟੀ ਲੱਗੀ ਕਾਰਗਿਲ ਦੇ ਵਿੱਚ। ਜਿਹੜੇ ਆਪਣੇ ਉੱਥੇ ਚੱਲਾ ਨਾ ਕੈਂਪ ਦੇ ਵਿੱਚ ਉਦੋਂ ਫਿਰ ਆਪਣੇ ਪਿਤਾ ਨੂੰ ਮੱਥਾ ਟੇਕਿਆ, ਆਪਣਾ ਬੈਗ ਇੱਦਾਂ ਫੜ ਲਿਆ, ਟਰੰਕ ਇੱਥੇ ਰੱਖ ਲਿਆ, ਕਹਿੰਦਾ ਪਿਤਾ ਜੀ ਚੰਗਾ ਤੁਸੀਂ ਜਾਓ। ਜੰਗ ਤੇਜ਼ ਹੋ ਗਈ, ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਤਾਂ ਉਸ ਦੌਰਾਨ ਦਲਜੀਤ ਹੋਣਾ ਦੇ ਨਾਲ ਗੱਲ ਹੁੰਦੀ ਸੀਗੀ ਕਦੇ? ਕਹਿੰਦਾ ਸੀ ਮੈਂ ਆਉਣਾ ਆ, ਫਿਰ ਉਹ ਆ ਨਹੀਂ ਪਾ ਸਕਿਆ। ਕਦੋਂ ਪਤਾ ਲੱਗਾ ਕਿ ਦਲਜੀਤ ਹੋਣਾ ਦੀ ਜਿਹੜੀ ਹੈ ਸ਼ਹੀਦੀ ਹੋ ਗਈ ਹੈ ਉੱਥੇ? ਉਧਰੋਂ ਫੋਨ ਆਇਆ ਭਈ ਉਹਨਾਂ ਨੂੰ ਪੁੱਛਿਆ ਗਿਆ ਨੀ ਕਿਰਪਾਲ ਸਿੰਘ, ਕਹਿੰਦੇ ਹਾਂਜੀ, ਕਹਿੰਦੇ ਗੁਰਦੁਆਰਾ ਸਾਹਿਬ ਡਿਊਟੀ ਕਰਦੇ, ਕਹਿੰਦੇ ਹਾਂਜੀ, ਕਹਿੰਦੇ ਵੀ ਤੁਹਾਡਾ ਦਲਜੀਤ ਸਿੰਘ ਸ਼ਹੀਦੀ ਪਾ ਗਿਆ। ਉਹਦੇ ਘਰੋਂ ਚਲੇ ਜਾਣ ਦੇ ਨਾਲ ਬੜਾ ਔਖਾ ਸਮਾਂ ਜਿਹੜਾ ਬੀਤਦਾ। ਕਿੰਨੇ ਸਾਲ ਹੋ ਗਏ ਨੇ, ਹਰ ਸਾਲ ਜਦੋਂ ਇਹ ਦਿਨ ਆਉਂਦੇ ਨੇ ਤਾਂ ਯਾਦਾਂ ਜਿਹੜੀਆਂ ਤੇਜ਼ ਹੋ ਜਾਂਦੀਆਂ ਨੇ, ਤਾਂ ਇਹ ਕਿਵੇਂ ਇੰਨੇ ਸਾਲ ਫਿਰ ਗੁਜ਼ਰਨੇ? ਕਹਿੰਦੇ ਹੁੰਦੇ ਆ ਭੁੱਖ ਤਾਂ ਵੱਖਰੀ ਵੱਖਰੀ ਆ ਨਾ, ਫਿਰ ਵੀ ਕਈ ਵਾਰ ਵਿਚਾਰ ਆ ਜਾਂਦਾ ਕਿ ਜਦ ਅੱਜ ਉਹ ਹੁੰਦਾ। ਮੈਨੂੰ ਕਹਿੰਦਾ ਸੀ ਤੁਹਾਨੂੰ ਕੁਆਟਰਾਂ 'ਚ ਲਿਜਾਣਾ, ਉੱਥੇ ਤੁਹਾਨੂੰ ਰੱਖਿਆ ਕਰਾਂਗਾ, ਮੈਂ ਕਰਿਆ ਕਰਾਂਗਾ। ਵਿਚਾਰ ਤਾਂ ਆਉਂਦੇ ਹੀ ਆ ਨਾ ਤਰ੍ਹਾਂ ਤਰ੍ਹਾਂ ਦੇ। ਤਾਂ ਨੌਕਰੀ ਫਿਰ ਕਿਸੇ ਪਰਿਵਾਰ ਦੇ ਜੀ ਨੇ ਕੀਤੀ ਅੱਗੇ ਦਲਜੀਤ ਸਿੰਘ ਹੋਣਾ ਦੀ ਜਗ੍ਹਾ ਤੇ? 11 ਜੁਲਾਈ 99 ਨੂੰ ਦਲਜੀਤ ਸ਼ਹੀਦ ਹੋ ਗਿਆ। 15 ਅਗਸਤ 99 ਨੂੰ ਬਾਦਲ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਚਿੱਠੀ ਦਿੱਤੀ। ਹਰ ਸਾਲ ਦੇਸ਼ ਭਰ ਦੇ ਵਿੱਚ ਕਾਰਗਿਲ ਵਿਜੇ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਉਹਨਾਂ ਜਵਾਨਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਦੇਸ਼ ਦੇ ਲਈ ਅੱਗੇ ਹੋ ਕੇ ਜੰਗ ਲੜੀ ਅਤੇ ਕਈ ਜਵਾਨ ਸ਼ਹਾਦਤ ਦਾ ਜਾਮ ਪੀ ਗਏ। ਪੂਰੇ ਦੇਸ਼ ਨੂੰ ਉਹਨਾਂ ਸ਼ਹੀਦਾਂ ਦੇ ਉੱਪਰ ਹਮੇਸ਼ਾ ਦੇ ਲਈ ਫਖਰ ਰਹੇਗਾ, ਪਰ ਉਹਨਾਂ ਪਰਿਵਾਰਾਂ ਨੇ ਇੰਨੇ ਸਾਲ ਪੁੱਤਾਂ ਤੋਂ ਬਿਨਾਂ ਕਿਵੇਂ ਗੁਜ਼ਾਰੇ ਨੇ, ਇਹ ਉਹੀ ਦੱਸ ਸਕਦੇ ਨੇ ਜਿਨ੍ਹਾਂ ਦੇ ਪੁੱਤ ਇਸ ਜਹਾਨ ਦੇ ਵਿੱਚ ਨਹੀਂ ਰਹੇ, ਜਿਨ੍ਹਾਂ ਨੇ ਆਪਣੀ ਸ਼ਹਾਦਤ ਦੇਸ਼ ਦੇ ਲਈ ਦੇ ਦਿੱਤੀ। ਉਹਨਾਂ ਪਰਿਵਾਰਾਂ ਦਾ ਹਾਲ ਜਾਣਨਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਸ਼ਹੀਦ ਦਲਜੀਤ ਸਿੰਘ ਹੋਣਾ ਦੇ ਘਰ ਦੇ ਵਿੱਚ ਮੌਜੂਦ ਹਾਂ, ਜਿਨ੍ਹਾਂ ਦੇ ਮਦਰ ਕਮਲਜੀਤ ਕੌਰ ਸਾਡੇ ਨਾਲ ਮੌਜੂਦ ਹੈਗੇ ਨੇ। ਗੱਲਬਾਤ ਕਰਦੇ ਹਾਂ ਕਿਉਂਕਿ ਇਹਨਾਂ ਨੇ ਜਵਾਨ ਪੁੱਤ ਇੱਕ ਜਿਹੜਾ ਉਹ ਦੇਸ਼ ਦੀ ਖਾਤਰ ਵਾਰ ਦਿੱਤਾ ਸੀਗਾ। ਤਾਂ ਮਾਤਾ ਜੀ, ਸਭ ਤੋਂ ਪਹਿਲਾਂ ਤਾਂ ਐਂ ਦੱਸੋ ਕਿ ਦਲਜੀਤ ਹੁਣੀ ਕਿੰਨੀ ਉਮਰ ਦੇ ਵਿੱਚ ਭਰਤੀ ਹੋ ਗਏ ਸੀਗੇ, ਤਾਂ ਕਿਹੜੀ ਰੈਜੀਮੈਂਟ 'ਚ ਸੀਗੇ ਤੇ ਕਿੰਨੀ ਉਮਰ ਸੀਗੀ ਜਦੋਂ ਸ਼ਹੀਦ ਹੋ ਗਏ? ਦਲਜੀਤ ਸਿੰਘ 22-23 ਸਾਲ ਦਾ ਸੀ ਜਦੋਂ ਭਰਤੀ ਹੋ ਗਿਆ ਤੇ 26 ਸਾਲ ਦੇ ਵਿੱਚ ਉਹ ਸ਼ਹੀਦੀ ਪਾ ਗਿਆ। ਵਿੱਚੇ ਉਹਦੀ ਸ਼ਾਦੀ ਹੋ ਗਈ, ਬੇਟੀ ਵੀ ਹੋ ਗਈ ਤੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਿਆ। ਪੂਰੇ 26 ਸਾਲ ਦਾ ਸੀ। ਯਾਨੀ ਕਿ 3-4 ਸਾਲ ਹੀ ਨੌਕਰੀ ਹੋਈ ਸੀਗੀ ਅਜੇ? ਨਹੀਂ, 6 ਸਾਲ। 6 ਸਾਲ ਦੀ ਨੌਕਰੀ ਹੋਈ ਸੀ। ਉਹ 18-20 ਸਾਲ 'ਚ ਨੌਕਰੀ ਮਿਲੀ, 20 ਕੁ ਸਾਲ 'ਚ। 6 ਸਾਲ ਉਹ ਨੌਕਰੀ ਕੀਤੀ ਸੀ ਤੇ 2 ਕੁ ਸਾਲ ਉਹਦੇ ਘਰ ਵਾਲੀ ਬਸੀ। ਹਾਂਜੀ, ਪੌਣੇ ਕੁ 2 ਸਾਲੀ ਤਾਂ ਉਹ ਸ਼ਹੀਦੀ ਪਾ ਗਿਆ। ਹਾਂਜੀ, ਜਦੋਂ ਭਰਤੀ ਹੋਏ ਸੀਗੇ ਤਾਂ ਉਦੋਂ ਹੀ ਇਹਨਾਂ ਨੂੰ ਇੱਧਰ ਕਸ਼ਮੀਰ ਵਾਲੀ ਸਾਈਡ ਤੇ ਡਿਊਟੀ ਲਗਾ ਦਿੱਤੀ ਗਈ ਕਿ ਜਾਂ ਕਾਰਗਿਲ ਵੇਲੇ ਲੱਗੀ? ਨਹੀਂ ਜੀ, ਇਹ ਪੂਨੇ ਪਹਿਲਾਂ ਗਿਆ ਜੀ। ਇਹ ਤੋਂ ਭਰਤੀ ਹੋ ਕੇ ਫਿਰ ਇਹ ਮੇਰਾ ਬੇਟਾ ਪੂਨੇ ਗਿਆ। ਪੂਨੇ ਜਾ ਕੇ ਉੱਥੇ ਟ੍ਰੇਨਿੰਗ ਲਈ, ਉੱਥੇ ਫਿਰ ਥੋੜ੍ਹਾ ਜਿਹਾ ਸਰਵਿਸ ਵੀ ਕੀਤੀ। ਫਿਰ ਉੱਥੇ 2.5-3 ਸਾਲ ਰਿਹਾ, ਫਿਰ ਬਠਿੰਡੇ ਆ ਗਿਆ। ਬਠਿੰਡੇ ਤੋਂ ਫਿਰ ਪੂਨੇ ਭੇਜ ਦਿੱਤਾ। ਪੂਨੇ ਤੋਂ ਫਿਰ ਇਹ ਕਾਰਗਿਲ ਨੂੰ ਗਿਆ। ਕਾਰਗਿਲ ਜਾ ਕੇ 1-2 ਵਾਰੀ ਉੱਥੋਂ ਛੁੱਟੀ ਵੀ ਆਇਆ, ਛੁੱਟੀ ਆ ਕੇ ਮਿਲਣ ਆਉਂਦਾ ਰਿਹਾ। ਤੇ ਫਿਰ ਬੇਟੀ ਹੋ ਗਈ। ਫਿਰ ਇਹਨੂੰ ਬੇਟੇ ਨੂੰ ਕਿਹਾ ਵੀ ਇੱਦਾਂ ਕਰਕੇ ਤੇਰੀ ਬੇਟੀ ਹੋ ਗਈ। ਕਹਿੰਦਾ ਕੋਈ ਗੱਲ ਨਹੀਂ, ਸਾਡੀਆਂ ਭੈਣਾਂ ਹੈ ਨੇ ਜੀ, ਤੇ ਤੁਸੀਂ ਇਹਨੂੰ ਪੋਤਰੀ ਨਹੀਂ ਸਮਝਣਾ, ਆਪਣੀ ਧੀ ਸਮਝਣਾ। ਪਰ ਮੇਰੀ ਪੋਤਰੀ ਨਹੀਂ, ਮੇਰੀ ਧੀ ਆ। ਮੇਰੇ ਨਾਲ ਹੁਣ ਵੀ ਬਹੁਤ ਉਹਦਾ ਧੀਆਂ ਵਾਲਾ ਹੀ ਪਰਿਵਾਰ, ਧੀਆਂ ਵਾਲਾ ਹੀ ਮੇਰੇ ਨਾਲ ਗੱਲਬਾਤ ਕਰਦੀ ਆ, ਧੀਆਂ ਵਾਲਾ ਹੀ ਸਾਰਾ ਕੁਛ। ਜਨਮ ਦਿਨ ਮੇਰਾ ਆਉਂਦਾ, ਕੋਈ ਸਾਡੀ ਵਿਆਹ ਦੀ ਦਿਨ ਆ ਜਾਂਦਾ, ਸਾਨੂੰ ਦਾਦੇ ਨੂੰ ਕਦੀ 10,000 ਕਦੀ ਮੈਨੂੰ 5,000 ਇੱਦਾਂ ਭੇਜਦੀ ਰਹਿੰਦੀ ਉਹ ਸਾਨੂੰ। ਹੁਣ ਵੀ ਮੈਂ ਬਿਮਾਰ ਹੋ ਗਈ, ਉਹਨੇ ਕਿਹਾ ਟੈਨਸ਼ਨ ਨਹੀਂ ਲੈਣੀ, ਅਸੀਂ ਬੈਠੇ ਹਾਂ। ਮਿਲਟਰੀ ਹਸਪਤਾਲ ਦਾਖਲ ਸੀਗੀ। ਉਹਨੇ ਉੱਥੋਂ ਫੋਨ ਕੀਤਾ, ਕਹਿੰਦੇ ਮਾਤਾ ਜੀ ਟੈਨਸ਼ਨ ਨਹੀਂ ਲੈਣੀ, ਸਾਰਾ ਪਰਿਵਾਰ। ਬਾਕੀ ਰੋਗ ਤਾਂ ਆਪਣੇ ਭਾਗਾਂ ਦਾ ਹੈ ਨਾ। ਤੇ ਚਲੋ ਬੇਟੀ ਕਿੰਨੇ ਸਾਲ ਦੀ ਸੀਗੀ ਜਦੋਂ ਦਲਜੀਤ ਹੁਣੀ ਸ਼ਹੀਦ ਹੋ ਗਏ? 1.5 ਸਾਲ ਦੀ ਸੀ ਜੀ। 1.5 ਸਾਲ ਦੀ ਮਨਪ੍ਰੀਤ ਸੀਗੀ। ਪਹਿਲਾਂ ਥੋੜ੍ਹੇ ਮਹੀਨਿਆਂ ਦੀ ਸੀਗੀ। 1.25 ਸਾਲ ਦੀ ਹੋਣੀ ਆ ਜਦੋਂ ਦਲਜੀਤ ਸਿੰਘ ਫੇਰਾ ਪਾ ਗਿਆ ਸੀ। 1-2 ਵਾਰੀ ਪਹਿਲਾਂ ਛੁੱਟੀ ਕੱਟ ਗਿਆ ਸੀ, ਹੁਣ ਦੇਖ ਗਿਆ ਸੀ। ਆਖਰੀ ਵਾਰੀ 1.25 ਸਾਲ ਦੀ ਸੀ ਜਦੋਂ ਉਹ ਛੱਡ ਕੇ ਚਲੇ ਗਿਆ। ਫਿਰ ਉੱਧਰ ਜਾ ਕੇ ਬਸ ਉਹਨੂੰ ਆਖਰੀ ਸ਼ਹੀਦੀ ਪਾ ਲਈ। ਮੁੜ ਕੇ ਆਪਣੀ ਬੇਟੀ ਨੂੰ ਜਾਂ ਸਾਨੂੰ ਮਿਲਣ ਨਹੀਂ ਆਇਆ। ਉਹਦਾ ਚਿੱਠੀ ਪੱਤਰ ਸਾਨੂੰ ਲਿਖਦਾ ਰਿਹਾ ਸੀ। ਅੱਛਾ, ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਦਲਜੀਤ ਹੁਣੀ ਕਿੰਨੇ ਭੈਣ ਭਰਾ ਨੇ? ਦਲਜੀਤ ਸਿੰਘ ਹੁਣੀ 4 ਭਾਈ ਸੀਗੇ ਜੀ।
ਹਾਂਜੀ, ਇਹ ਸਭ ਤੋਂ ਵੱਡਾ ਮੇਰਾ ਬੇਟਾ ਸੀ। ਇਹਦੀ ਇਕੱਲੇ ਦੀ ਸ਼ਾਦੀ ਹੋਈ ਸੀ ਤੇ ਅਸੀਂ ਤਾਂ ਕਦੀ ਸਾਡੇ ਪਰਿਵਾਰਾਂ 'ਚ ਹੈ ਹੀ ਨਹੀਂ ਸੀ ਕੋਈ ਫੌਜੀ। ਨਾ ਸਾਡੇ ਗਾਂ ਪਿਛਲਿਆਂ 'ਚ ਸੀ, ਨਾ ਕੋਈ ਇੱਥੇ ਸੀ। ਇਹ ਸਾਡਾ ਪਹਿਲਾ ਹੀ ਬੇਟਾ ਸ਼ਹੀਦ ਹੋਇਆ ਸੀ। ਇਹ ਪਹਿਲਾ ਹੀ ਬੇਟਾ ਸੀ, ਜੇਠਾ ਮੇਰਾ ਬੇਟਾ ਸੀ, ਇਹ ਸ਼ਹੀਦੀ ਪ੍ਰਾਪਤ ਕਰ ਗਿਆ। ਜਦੋਂ ਕਾਰਗਿਲ ਦੇ ਵਿੱਚ ਲੜਾਈ ਦੀਆਂ ਖਬਰਾਂ ਆਈਆਂ ਤਾਂ ਉਦੋਂ ਟੀਵੀ ਰੇਡੀਓ ਚੱਲਦੇ ਹੁੰਦੇ ਸੀਗੇ, ਤਾਂ ਉਸ ਤੋਂ ਬਾਅਦ ਦਲਜੀਤ ਹੋਣਾ ਦੀ ਡਿਊਟੀ ਲੱਗੀ ਕਾਰਗਿਲ ਦੇ ਵਿੱਚ। ਹਾਂਜੀ, ਰਹੀ ਇੱਕ ਵਾਰੀ ਛੁੱਟੀ ਆਇਆ, ਦੋ ਤਿੰਨ ਵਾਰ ਤੁਹਾਨੂੰ ਦੱਸਿਆ ਛੁੱਟੀ ਇੱਧਰ ਆਇਆ। ਫਿਰ ਜਦੋਂ ਆਖਰੀ ਛੁੱਟੀ ਆਇਆ ਨਾ, ਤੇ ਇੱਥੇ ਨੂੰ ਥੋੜ੍ਹਾ ਜਿਹਾ ਬੁਖਾਰ ਚੜ੍ਹ ਗਿਆ। ਬੁਖਾਰ ਚੜ੍ਹਨ ਨਾਲ ਇਹਦੇ ਪਿਤਾ ਜੀ 200 ਰੁਪਈਆ ਪਿਆਰ ਦੇ ਕੇ ਗਏ। ਕਹਿੰਦੇ ਪਿਤਾ ਜੀ ਮੈਨੂੰ ਦਿਆ ਨਾ ਕਰੋ। ਇਹ ਕਹਿੰਦੇ ਬੇਟੇ ਮੈਂ ਕੀ ਤੈਨੂੰ ਦੇਣਾ, ਇੱਕ ਪਿਆਰ ਹੀ ਦਿੰਦਾ ਹੁੰਦਾ। ਤੇ ਬਸ ਆਉਂਦਿਆਂ ਨੂੰ ਬੁਖਾਰ ਚੜ੍ਹ ਗਿਆ ਤੇ ਅੰਦਰ ਲੰਮਾ ਪਿਆ ਸੀਗਾ। ਤੇ ਕਹਿੰਦੇ ਦਲਜੀਤ ਸਿੰਘ ਗਿਆ ਨਹੀਂ, ਮੈਂ ਕਿਹਾ ਬੁਖਾਰ ਹੋ ਗਿਆ। ਤੇ ਕਹਿੰਦੇ ਦਵਾਈ ਇਹ ਤੇ ਅਸ਼ੋਕ ਮੈਡੀਕਲ ਸੀਗਾ, ਉੱਥੋਂ ਮੈਂ ਜਾ ਕੇ ਦਵਾਈ ਲਿਆਤੀ ਸਟੋਰ ਤੋਂ। ਤੇ ਉਹ ਦਵਾਈ ਖਾ ਕੇ ਪੈ ਗਿਆ। ਸਵੇਰ ਨੂੰ ਕਹਿੰਦਾ ਤੁਹਾਡਾ ਪਰਦੇਸੀ ਪੁੱਤ ਚੱਲਿਆ। ਕਰੇਲੇ ਬਣਾਏ ਹੋਏ ਸੀਗੇ, ਪਰੌਂਠੇ ਬਣਾਏ ਸੀ ਬੰਨੇ। ਫਿਰ ਇਹਦੇ ਪਿਤਾ ਜੀ ਕਹਿੰਦੇ ਮੈਂ ਇਕੱਲਾ ਨਹੀਂ ਜਾਣ ਦੇਣਾ। ਇਹਦੇ ਪਿਤਾ ਜੀ ਜੰਮੂ ਤਾਂ ਛੱਡਣ ਗਏ। ਉੱਥੇ ਵੀ ਜਦੋਂ ਗਿਆ, ਜਿਹੜੇ ਆਪਣੇ ਉੱਥੇ ਚੱਲਾ ਨਾ ਕੈਂਪ ਦੇ ਵਿੱਚ, ਉਦੋਂ ਫਿਰ ਆਪਣੇ ਪਿਤਾ ਜੀ ਨੂੰ ਮੱਥਾ ਟੇਕਿਆ, ਆਪਣਾ ਬੈਗ ਇੱਦਾਂ ਫੜ ਲਿਆ, ਟਰੰਕ ਇੱਥੇ ਰੱਖ ਲਿਆ। ਕਹਿੰਦਾ ਪਿਤਾ ਜੀ ਚੰਗਾ ਤੁਸੀਂ ਜਾਓ ਇੱਥੋਂ। ਕਹਿੰਦੇ ਮੈਂ ਕਹਿੰਦੇ ਬਗਾਹਾਂ ਜਾਣਾ। ਕਹਿੰਦੇ ਨਹੀਂ ਮੇਰੇ ਦੋਸਤ ਮਿੱਤਰ ਕੀ ਕਹੋਗੇ, ਬੁੱਝਦੇ ਲਿਆ ਇਹਦਾ ਬਾਪ ਛੱਡਣ ਆਇਆ। ਤੁਸੀਂ ਉਹ ਜੰਮੂ ਲੱਗੀ ਆ ਜਲੰਧਰ ਨੂੰ, ਤੁਸੀਂ ਉਹ 'ਚ ਬਹਿ ਜਾਓ। ਕਹਿੰਦੇ ਮੇਰੇ ਕੋਲ ਟਿਕਟ ਨਹੀਂ, ਕੋਈ ਕੁਛ ਨਹੀਂ। ਕਹਿੰਦੇ ਮੈਨੂੰ ਨਹੀਂ ਪਤਾ, ਫਿਰ ਤੁਸੀਂ ਜਿੱਦਾਂ ਮਰਜ਼ੀ ਕਰੋ। ਫਿਰ ਇਹ ਬਸ ਉਸ ਗੱਡੀ 'ਚ ਆ ਗਏ, ਉੱਧਰ ਨੂੰ ਚਲੇ ਗਿਆ। ਕਹਿੰਦੇ ਪਿੱਛਾ ਮੁੜ ਕੇ ਨਹੀਂ ਉਹਨੇ ਦੇਖਿਆ ਮੇਰੇ ਵੱਲ। ਫਿਰ ਕਹਿੰਦੇ ਮੈਂ ਗੱਡੀ 'ਚ ਆ ਗਿਆ। ਫਿਰ ਮੈਂ ਡਰਾਂ ਵੀ ਮੇਰੇ ਨਾਲ ਕੋਈ ਹੈ ਨਹੀਂ, ਤੇ ਮੈਂ ਟਿਕਟ ਵੀ ਨਹੀਂ ਲੈ ਸਕਿਆ। ਫਿਰ ਇੱਕ ਉਹਨੂੰ ਵੀ ਸਾਥੀ ਮਿਲ ਗਿਆ ਰੇਲਵੇ ਦਾ ਹੀ ਕੋਈ, ਇਹ ਉੱਦਾਂ ਕਰਕੇ ਬੈਠੇ ਸੀਗੇ। ਫਿਰ ਰਹਿਰਾਸ ਸਾਹਿਬ ਦਾ ਸ਼ਾਮ ਨੂੰ ਪਾਠ ਕੀਤਾ। ਫਿਰ ਕੋਲ ਬੈਠੇ ਬੈਠੇ ਇਹ ਵੀ ਲੰਗਰ ਲਗਾਇਆ ਹੋਇਆ ਸੀ, ਉਹ ਵੀ ਸੀ। ਤੇ ਕਹਿੰਦੇ ਲੰਗਰ ਛਕੋ। ਕਹਿੰਦੇ ਨੇ ਕਹਿੰਦੇ ਮੈਨੂੰ ਤਾਂ ਡਰ ਬੜਾ ਲੱਗਦਾ ਪਿਆ ਵੀ ਮੈਂ ਇੱਦਾਂ ਟਿਕਟ ਨਹੀਂ, ਮੇਰਾ ਬੇਟਾ ਫੌਜ 'ਚ ਸੀਗਾ, ਉਹਨੂੰ ਛੱਡਣ ਆਇਆ ਸੀ ਇਸ ਕਰਕੇ। ਉਹ ਕਹਿੰਦਾ ਟੈਨਸ਼ਨ ਨਾ ਲਓ, ਮੈਂ ਰੇਲਵੇ ਦਾ ਹੀ ਹਾਂ, ਜੇ ਕੋਈ ਮੇਰੇ ਤੁਹਾਨੂੰ ਪੁੱਛੂਗਾ ਤਾਂ ਮੇਰਾ ਨਾਂ ਲੈ ਦਿਓ। ਅੱਛਾ ਜੀ, ਸ਼ਹਾਦਤ ਤੋਂ ਕਿੰਨਾ ਸਮਾਂ ਪਹਿਲਾਂ ਗਏ ਸੀਗੇ ਦਲਜੀਤ ਛੁੱਟੀ ਕੱਟ ਕੇ? ਉਹ ਬਸ 3-4 ਮਹੀਨੇ ਪਹਿਲਾਂ। ਹਾਂਜੀ, ਜੰਗ ਲੱਗੀ ਹੋਈ ਸੀਗੀ, ਤਰ੍ਹਾਂ ਤਰ੍ਹਾਂ ਦੀਆਂ ਖਬਰ। ਜੰਗ ਨਹੀਂ ਸੀ ਲੱਗੀ, ਉਦੋਂ ਸ਼ਾਂਤ ਮਾਹੌਲ ਸੀਗਾ। ਜੰਗ ਲੱਗੀ ਨੂੰ ਤਾਂ ਵੀ ਥੋੜ੍ਹਾ ਚਿਰ ਹੀ ਹੋਇਆ ਸੀਗਾ ਜਦੋਂ ਦਲਜੀਤ ਸਿੰਘ ਉੱਥੇ ਪਹੁੰਚ ਗਿਆ। ਫਿਰ ਜੰਗ ਜ਼ਿਆਦਾ ਮੱਚਦੀ ਚਲੇ ਗਈ। ਫਿਰ ਮੈਂ ਪੁਲ 'ਤੇ ਜਾਣਾ, ਰਾਮ ਮੰਡੀ ਪੁਲ 'ਤੇ, ਇੱਥੇ ਨਾਲੇ ਸੈਰ ਕਰਿਆ, ਨਾਲੇ ਫੌਜ ਦੀਆਂ ਗੱਡੀਆਂ ਖੜੀ ਹੋ ਕੇ ਦੇਖਣੀਆਂ, ਰੇਲ ਗੱਡੀਆਂ ਦੇਖਣੀਆਂ, ਉਹ ਉਹਨਾਂ ਦੀ ਗੱਡੀ ਟਰੈਫਿਕ ਕੇ ਦੇਖਣੀ ਇਹ ਕਿੰਨੀ ਕੁ ਜਾ ਰਹੀ ਆ। ਅੱਛਾ, ਜਦੋਂ ਇਹ ਜੰਗ ਤੇਜ਼ ਹੋ ਗਈ, ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ, ਤਾਂ ਉਸ ਦੌਰਾਨ ਦਲਜੀਤ ਹੋਣਾ ਦੇ ਨਾਲ ਗੱਲ ਹੁੰਦੀ ਸੀਗੀ ਕਦੇ? ਹਾਂਜੀ, ਹੁੰਦੀ ਰਹੀ ਆ, ਗੱਲਬਾਤ ਹੁੰਦੀ ਸੀਗੀ। ਤੇ ਫਿਰ ਮੈਂ ਕਹਿੰਦਾ ਸੀ ਮੈਂ ਆਉਣਾ ਆ, ਫਿਰ ਉਹ ਆ ਨਹੀਂ ਪਾ ਸਕਿਆ। ਤਾਂ ਮਾਹੌਲ ਦੱਸਦੇ ਹੁੰਦੇ ਸੀਗੇ ਕਿ ਕਿਸ ਤਰੀਕੇ ਦਾ ਮਾਹੌਲ ਹੈਗਾ ਉੱਥੇ? ਫੌਜੀਆਂ ਨੂੰ ਪਹਿਲਾਂ ਟ੍ਰੇਨਿੰਗ ਦਿੱਤੀ ਜਾਂਦੀ ਆ ਵੀ ਇੱਧਰਲਾ ਹਾਲ ਪਿੱਛੇ ਨਹੀਂ ਦੱਸਣਾ। ਉਹ ਤਾਂ ਉਹਨਾਂ ਨੂੰ ਸਖਤ ਪਹਿਲਾਂ ਹੀ ਟ੍ਰੇਨਿੰਗਾਂ ਦੇ ਕੇ ਉਹਨਾਂ ਨੇ ਕੀਤਾ ਹੁੰਦਾ ਹੈ। ਹਾਂਜੀ। ਫਿਰ ਤੁਹਾਨੂੰ ਇਹ ਕਦੋਂ ਪਤਾ ਲੱਗਾ ਕਿ ਦਲਜੀਤ ਹੋਣਾ ਦੀ ਜਿਹੜੀ ਹੈ ਸ਼ਹੀਦੀ ਹੋ ਗਈ ਉੱਥੇ ਹੁਣ? ਸਾਨੂੰ ਜੀ ਜਦੋਂ ਦਲਜੀਤ ਸ਼ਹੀਦ ਹੋਇਆ 2 ਦਿਨ ਪਹਿਲਾਂ ਪਤਾ ਲੱਗ ਗਿਆ। ਉਹਨਾਂ ਦਾ ਜਿਹੜਾ ਅਫਸਰ ਸੀ ਨਾ, ਉਦੋਂ ਦੂਏ ਫੋਨ ਹੁੰਦੇ ਸੀਗੇ ਲੋਕਾਂ ਦੇ ਘਰਾਂ 'ਚ ਲੱਗੇ। ਤੇ ਕਿਸੇ ਦੇ ਘਰ ਫੋਨ ਸੀਗਾ, ਮੈਂ ਘਰ ਨਹੀਂ ਸੀ, ਇਹਦੇ ਚਾਚਾ ਜੀ ਦੇ ਗਈ ਹੋਈ ਸੀ। ਤੇ ਉਧਰੋਂ ਫੋਨ ਆਇਆ ਭਈ ਉਹਨਾਂ ਨੂੰ ਪੁੱਛਿਆ ਗਿਆ ਨਹੀਂ ਕਿਰਪਾਲ ਸਿੰਘ, ਕਹਿੰਦੇ ਹਾਂਜੀ। ਕਹਿੰਦੇ ਗੁਰਦੁਆਰਾ ਸਾਹਿਬ ਡਿਊਟੀ ਕਰਦੇ? ਕਹਿੰਦੇ ਹਾਂਜੀ। ਕਹਿੰਦੇ ਫਿਰ ਤੁਹਾਡਾ ਦਲਜੀਤ ਸਿੰਘ ਸ਼ਹੀਦੀ ਪਾ ਗਿਆ। ਜਦੋਂ ਮੁੜ ਕੇ ਆਏ ਤਾਂ ਬਹੂ ਰਾਣੀ ਪੁੱਛਦੀ ਪਿਤਾ ਜੀ ਉੱਥੇ ਕੀ ਹੋਇਆ। ਉਹ ਟੱਬਰ ਰੋਣ ਲੱਗ ਪਿਆ ਜਿਹਨਾਂ ਦੇ ਫੋਨ ਆਇਆ। ਫਿਰ ਇਹਨਾਂ ਨੇ ਦੱਸਿਆ, ਫਿਰ ਉਹ ਵੀ ਆ ਗਏ ਨੱਠੇ। ਫਿਰ ਮੈਂ ਜਦੋਂ ਆਈ ਹਾਂ, ਮੇਰੀ ਆਉਂਦੀ ਨੂੰ ਤਾਂ ਬਹੁਤ ਕੁਝ ਹੋ ਚੁੱਕਾ ਸੀਗਾ। ਫਿਰ ਮੇਰਾ ਬੇਟਾ ਉੱਥੋਂ ਲੈਣ ਗਿਆ, ਇੱਦੋਂ ਵੱਡਾ DC ਦਫ਼ਤਰ ਲੱਗਾ ਆ। ਤੇ ਜਿਸ ਵੇਲੇ ਲੈਣ ਗਿਆ ਤਾਂ ਮੈਂ ਕਿਹਾ, ਕਹਿੰਦਾ ਪਿਤਾ ਜੀ ਥੋੜ੍ਹੇ ਜਿਹੇ ਤਿਲਕ ਕੇ ਡਿੱਗ ਪਏ। ਮੈਂ ਕਿਹਾ ਨਹੀਂ, ਤੇਰੇ ਪਿਤਾ ਜੀ ਦੇ ਦਲਜੀਤ ਸ਼ਹੀਦੀ ਆ ਗਈ। ਕਹਿੰਦਾ ਮਾਤਾ ਜੀ ਤੁਸੀਂ ਇੱਦਾਂ ਨਾ ਕਰੋ। ਜਦੋਂ ਮੈਂ ਆਈ ਹਾਂ ਪਬਲਿਕ ਬਹੁਤ ਇਕੱਠੀ ਹੋ ਚੁੱਕੀ ਸੀ। ਹਾਂਜੀ। ਕਿੰਨੀ ਤਰੀਕ ਦੀ ਗੱਲ ਹੈਗੀ, ਕਿੰਨੀ ਤਰੀਕ ਨੂੰ ਸ਼ਹੀਦ ਹੋਏ ਸੀਗੇ? ਹਾਂਜੀ, 11 ਜੁਲਾਈ 99 ਨੂੰ ਜੀ। ਹਾਂਜੀ। ਤੇ ਅਸੀਂ ਹੁਣ ਵੀ ਉਹਦੀ ਬਰਸੀ ਹਰ ਸਾਲ 11 ਜੁਲਾਈ ਨੂੰ ਹੀ ਮਨਾਉਂਦੇ ਹਾਂ। ਅੱਛਾ, ਫਿਰ ਤੁਸੀਂ ਇੱਥੇ ਘਰੇ ਮਨਾਉਂਦੇ ਹੋ ਕਿਉਂਕਿ? ਅਸੀਂ ਗੁਰਦੁਆਰਾ ਸਾਹਿਬ ਜਾ ਕੇ ਮਨਾਉਂਦੇ ਜੀ। ਸਾਡੇ ਇਕੱਠ ਬਹੁਤ ਹੁੰਦਾ ਆ, ਤੇ ਸਾਰੀ ਦੁਨੀਆ ਨੂੰ ਸੱਦੀਦਾ, ਰਾਗੀ ਜਥਾ ਕੋਈ ਹੋਵੇ ਉਹ ਵੀ ਸੱਦੀਦਾ, ਤੇ ਪ੍ਰਾਹੁਣੇ ਸਾਰੇ ਕੁਛ ਕਰਕੇ ਅਸੀਂ ਗੁਰਦੁਆਰਾ ਸਾਹਿਬ ਬਰਸੀ ਬਣਾਈ ਦੀ ਆ। ਹਾਂ।
ਪੁੱਤ ਦੇ ਘਰੋਂ ਚਲੇ ਜਾਣ ਦੇ ਨਾਲ ਬੜਾ ਔਖਾ ਸਮਾਂ ਜਿਹੜਾ ਬੀਤਦਾ, ਕਿੰਨੇ ਸਾਲ ਹੋ ਗਏ ਨੇ, ਹਰ ਸਾਲ ਜਦੋਂ ਇਹ ਦਿਨ ਆਉਂਦੇ ਨੇ ਤਾਂ ਯਾਦਾਂ ਜਿਹੜੀਆਂ ਤੇਜ਼ ਹੋ ਜਾਂਦੀਆਂ ਨੇ, ਤਾਂ ਇਹ ਕਿਵੇਂ ਇੰਨੇ ਸਾਲ ਫਿਰ ਗੁਜ਼ਰਨੇ? ਬਸ ਇਹ ਸਾਲ ਕੱਢਣੇ ਤੁਹਾਨੂੰ ਪਤਾ ਹੀ ਆ, ਮਾਮਾ ਦੇ ਪੁੱਤ ਚਲੇ ਜਾਣ ਤਾਂ ਫਿਰ ਸਾਲ ਕੱਢਣੇ, ਰਾਜੀ ਰਹਿਣੇ ਵੀ ਆਪੇ ਆਪਣੇ ਥਾਂ ਹੀ ਆਪਣੇ ਕਹਿੰਦੇ ਹੁੰਦੇ ਆ ਭੁੱਖ ਤਾਂ ਵੱਖਰੀ ਵੱਖਰੀ ਆ ਨਾ, ਫਿਰ ਵੀ ਕਈ ਵਾਰ ਵਿਚਾਰ ਆ ਜਾਂਦਾ ਕਿ ਜਦ ਅੱਜ ਉਹ ਹੁੰਦਾ ਮੈਨੂੰ ਕਹਿੰਦਾ ਸੀ ਤੁਹਾਨੂੰ ਕੁਆਟਰਾਂ 'ਚ ਲਿਜਾਣਾ, ਉੱਥੇ ਤੁਹਾਨੂੰ ਰੱਖਿਆ ਕਰਾਂਗਾ, ਮੈਂ ਕਰਿਆ ਕਰਾਂਗਾ, ਵਿਚਾਰ ਤਾਂ ਆਉਂਦੇ ਹੀ ਆ ਨਾ ਤਰ੍ਹਾਂ ਤਰ੍ਹਾਂ ਦੇ। ਕੁਛ ਤਾਂ ਅਸੀਂ ਅੱਧੇ ਜੀ ਬੱਚਿਆਂ ਨਾਲ ਹੋ ਗਏ ਤੇ ਕੁਛ ਸਾਨੂੰ ਬਿਮਾਰੀਆਂ ਨੇ ਕੱਢ ਦਿੱਤਾ। ਹਾਂਜੀ ਉਸ ਤੋਂ ਬਾਅਦ ਸ਼ਹਾਦਤ ਤੋਂ ਬਾਅਦ ਉਹਨਾਂ ਦੀ ਕੋਈ ਉੱਥੋਂ ਚਿੱਠੀ ਲਿਖੀ ਤੁਹਾਨੂੰ ਕਦੇ ਪ੍ਰਾਪਤ ਹੋਈ ਕੋਈ? ਹਾਂਜੀ ਚਿੱਠੀ ਲਿਖੀ ਆਈ ਸੀ, ਉਹ ਵੀ ਮਹੀਨਾ ਡੇਢ 2 ਮਹੀਨੇ ਬਾਅਦ। ਹਾਂਜੀ ਉਹਦੇ ਹੱਥਾਂ ਦੀ ਲਿਖੀ ਚਿੱਠੀ ਇੱਕ ਆਈ ਸੀ ਤੇ ਉਹਦੇ ਉੱਤੇ ਲਿਖਿਆ ਸੀ ਮੈਂ ਇੰਨੇ ਹਜ਼ਾਰ ਇੰਨੇ ਫੁੱਟ ਦੇ ਵੀ ਸਰਵਿਸ ਕਰ ਰਿਹਾ, ਤੇ ਉਹ ਚਿੱਠੀ ਸਾਡੀ ਵਹੁਟੀ ਨੇ ਕਿਤੇ ਰੱਖ ਦਿੱਤੀ, ਮੁੜ ਕੇ ਲੱਭੀ ਨਹੀਂ। ਹਾਂਜੀ ਹੋਰ ਕੀ ਕੁਝ ਲਿਖਿਆ ਸੀਗਾ, ਕੋਈ ਯਾਦਾਂ ਉਹਨਾਂ ਨੇ ਸਾਂਝੀਆਂ ਕੀਤੀਆਂ ਹੋਣੀਆਂ? ਬਸ ਇਹੀ ਆਪਣਾ ਖਿਆਲ ਰੱਖਣਾ, ਤੇ ਵਹੁਟੀ ਨੂੰ ਤਾਂ ਬਸ ਸ਼ੁਰੂ ਤੋਂ ਕਹਿ ਗਿਆ ਸੀ ਇਹਨਾਂ ਦੀ ਸੇਵਾ ਕਰਨੀ। ਜਦੋਂ ਦੇਖਣ ਵੀ ਗਿਆ ਸੀਗਾ ਉਦੋਂ ਵੀ ਉਹਨੂੰ ਉਹੀ ਕਿਹਾ ਸੀਗਾ ਕਿ ਮੇਰਾ ਭੈਣ ਕੋਈ ਨਹੀਂ, ਅਸੀਂ ਗੁਰੂ ਘਰ 'ਚ ਸੇਵਾ ਕਰਦੇ, ਮੇਰੀ ਮੰਮੀ ਬਿਮਾਰ ਰਹਿੰਦੀ ਆ, ਤੂੰ ਇਹਨਾਂ ਦੀ ਧੀ ਬਣ ਕੇ ਸੇਵਾ ਕਰਨੀ। ਉਹ ਮੇਰੀ ਸੇਵਾ ਹਜੇ ਤੱਕ ਵਿੱਚ ਕਰਦੀ ਹੈ। ਹਾਂਜੀ ਅੱਛਾ, ਬੇਟੀ ਹੁਣ ਫਿਰ ਕਾਫੀ ਵੱਡੀ ਹੋਈ ਹੈ ਤਾਂ ਨੌਕਰੀ ਕਰਦੀ ਹੈ ਹੁਣ? ਹਾਂਜੀ ਹਾਂਜੀ ਇੱਥੇ ਖਾਲਸਾ ਕਾਲਜ ਪਹਿਲਾਂ ਆਰਮੀ ਸਕੂਲੇ ਪੜ੍ਹੀ, ਉਹ ਤੋਂ ਪੜ੍ਹ ਕੇ ਫਿਰ ਖਾਲਸਾ ਕਾਲਜ 2 ਸਾਲ ਲਾਏ, ਫਿਰ ਉਹਨੇ ਬੀਕਾਮ ਕਰਨੀ ਸ਼ੁਰੂ ਕਰਤੀ, 1.5 ਸਾਲ ਉਹ 'ਚ ਵੀ ਲਾਇਆ। ਇਹਨਾਂ ਦਾ ਹੀ ਜੋਗਾ ਸਿੰਘ ਦਾ ਹੀ ਦੋਸਤ ਸੀਗਾ ਆਸਟ੍ਰੇਲੀਆ 'ਚ, ਉਹਨੂੰ ਪ੍ਰੇਰਿਆ, ਤੇ ਅਸੀਂ ਕਿੱਥੇ ਇੰਨੇ ਜੋਗੇ ਪਾਉਣੇ, ਭੇਜਣ ਜੋਗੇ ਵੀ ਨਹੀਂ ਸੀਗੇ, ਤੇ ਇਹ ਕਹਿੰਦਾ ਸਾਡਾ ਕੋਈ ਹੈ ਨਹੀਂ, ਕਹਿੰਦਾ ਮੈਂ ਸੰਭੂਗਾ। ਫਿਰ ਆਸਟ੍ਰੇਲੀਆ ਦੀ ਗੱਲ ਬਣਾਉਣ ਲੱਗੇ, ਸਾਡੀ ਨਹੀਂ ਬਣੀ, ਪੈਸਾ ਬਹੁਤ ਜ਼ਿਆਦਾ ਸੀ, ਫਿਰ ਅਸੀਂ ਬੰਦ ਕਰ ਦਿੱਤਾ। ਫਿਰ ਉਹਦੇ ਡੈਡੀ ਦਾ ਆ ਗਿਆ ਫੋਨ ਵੀ ਅੱਜ ਸੈਮੀਨਾਰ ਲੱਗਾ ਸ਼ਹਿਰ ਹੋਟਲ ਕਿੰਗ ਦੇ ਵਿੱਚ, ਤੁਸੀਂ ਉੱਥੇ ਜਾਓ। ਇਹ ਕੰਮ ਤੇ ਸੀਗਾ, ਇਹਨੂੰ ਫੋਨ ਆਇਆ, ਵਹੁਟੀ ਗਈ ਕਾਲਜ, ਤੇ ਮਨਪ੍ਰੀਤ ਕਹਿੰਦੀ ਨਹੀਂ ਹੁਣ ਨਹੀਂ ਜਾਣਾ ਅਸੀਂ, ਕਹਿੰਦੀ ਕੋਈ ਹਰਜ ਨਹੀਂ ਜਾਇਆ। ਉੱਥੇ ਜਾਂਦੀ ਜਿਹੜੀ ਮੈਡਮ ਬੈਠੀ ਸੀ ਉਹ ਕਹਿੰਦੇ ਆਓ, ਉਹ ਕਹਿੰਦੇ ਇੰਨੇ ਤੂੰ ਤਾਂ ਉਹ ਤੋਂ ਸਿਲੈਕਟ ਹੀ ਆ, ਤੇ ਤੁਸੀਂ ਕੁਛ ਕਰਨਾ ਤਾਂ 1000 ਰੁਪਈਆ ਦੇ ਦਿਓ। ਉਹ 1000 ਰੁਪਈਆ ਦੇ ਆਏ, ਕਹਿੰਦੀ ਸਵੇਰੇ ਕਿਸੇ ਨੂੰ ਲੈ ਕੇ ਚਲ ਜਾਇਆ ਇਹਨੂੰ, ਫਿਰ ਲੈ ਕੇ ਸਵੇਰੇ ਗਏ, ਤੇ ਉੱਥੇ ਫਿਰ ਉਹ ਕਹਿੰਦੇ ਠੀਕ ਹੈ ਇਹਦੀ ਗੱਲਬਾਤ ਸ਼ੁਰੂ ਕਰ ਦਿੰਦੇ ਆ। ਇੱਦਾਂ ਕਰਕੇ ਉਹਦੀ ਗੱਲਬਾਤ ਉੱਧਰ ਕੈਨੇਡਾ ਦੀ ਬਣ ਗਈ। ਹਾਂਜੀ ਜਦੋਂ ਸ਼ਹਾਦਤ ਤੋਂ ਬਾਅਦ ਫਿਰ ਸਰਕਾਰ ਦੇ ਵੱਲੋਂ ਜਾਂ ਫੌਜ ਦੇ ਵੱਲੋਂ ਪਰਿਵਾਰਾਂ ਦਾ ਖਿਆਲ ਰੱਖਣ ਦੇ ਲਈ ਕਈ ਕੁਝ ਕੀਤਾ ਜਾਂਦਾ, ਤਾਂ ਨੌਕਰੀ ਫਿਰ ਕਿਸੇ ਪਰਿਵਾਰ ਦੇ ਜੀ ਨੇ ਕੀਤੀ ਅੱਗੇ ਦਲਜੀਤ ਸਿੰਘ ਹੋਣਾ ਦੀ ਜਗ੍ਹਾ ਤੇ? ਹਾਂਜੀ ਜੀ ਇਹਨਾਂ ਦੇ ਵੱਡੇ ਭਰਾ ਨੂੰ ਮਿਲੀ ਹੈ ਕੁਲਦੀਪ ਸਿੰਘ ਨੂੰ, ਉਹ ਵੀ 4ਥੇ ਦਰਜੇ ਦੀ ਨੌਕਰੀ ਸੀ। 11 ਜੁਲਾਈ 99 ਨੂੰ ਦਲਜੀਤ ਸ਼ਹੀਦ ਹੋ ਗਿਆ। 15 ਅਗਸਤ 99 ਨੂੰ ਬਾਦਲ ਨੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਚਿੱਠੀ ਦਿੱਤੀ। ਚਿੱਠੀ ਦੇ ਕੇ ਫਿਰ ਉੱਧਰ ਸ਼ਹੀਦੀਆਂ ਜ਼ਿਆਦਾ ਹੋਣ ਲੱਗ ਪਈਆਂ। ਪਹਿਲਾਂ ਕਹਿੰਦੇ ਸੀ ਵੀ ਸ਼ਹੀਦ ਦੇ ਭਰਾ ਨੂੰ ਕੁਆਰੇ ਨੂੰ ਦਿੱਤੀ ਜਾਊਗੀ, ਫਿਰ ਜਦੋਂ ਸ਼ਹੀਦੀਆਂ ਜ਼ਿਆਦਾ ਹੋਣ ਲੱਗ ਪਈਆਂ ਫਿਰ ਉਹ ਕਹਿੰਦਾ ਭਈ ਹੁਣ ਨਹੀਂ ਨੌਕਰੀ ਦੇਣੀ, ਜਾਂ ਸ਼ਹੀਦੀ ਪਤਨੀ ਲਵੇ ਤੇ ਜਾਂ ਉਹਦਾ ਗਾਹਾਂ ਬੱਚਾ ਲਵੇ। ਸਾਡੀ ਬੇਟੀ ਬਹੁਤ ਛੋਟੀ ਸੀ ਤੇ ਸਾਡੀ ਨੂੰਹ ਕਰਨੀ ਨਹੀਂ ਸੀ ਚਾਹੁੰਦੀ ਨੌਕਰੀ। ਫਿਰ ਅਸੀਂ ਇਹ ਕੁਲਦੀਪ ਸਿੰਘ ਨੂੰ ਬੜੇ ਜਿੱਥੇ ਸੰਗਤ ਮੇਲੇ ਕਰਾਉਂਦਾ ਸੀ, ਕੁਛ ਕਰਦਾ ਸੀ, ਬੈਗ ਚੱਕੀ ਫਿਰਨੇ, ਚਿੱਠੀ ਹੱਥਾਂ ਦੀ, ਸਾਡੀ ਸੁਣਵਾਈ ਨਹੀਂ ਹੋਈ। ਫਿਰ ਅਸੀਂ ਸਾਰਿਆਂ ਦੀਆਂ ਸਲਾਹਾਂ ਲੈ ਕੇ ਫਿਰ ਅਸੀਂ ਚੰਡੀਗੜ੍ਹ ਕੇਸ ਠੋਕਿਆ। ਕੇਸ ਤੋਂ ਬਾਅਦ ਸਾਡੇ ਕੁਲਦੀਪ ਸਿੰਘ ਨੂੰ 2 ਸਾਲ ਬਾਅਦ 2 ਕਿ 3 ਸਾਲ ਬਾਅਦ ਨੌਕਰੀ ਕੇਸ ਲੜ ਕੇ ਸਾਨੂੰ ਮਿਲੀ। ਹਾਂਜੀ ਕਹਿ ਕੇ ਵਾਅਦੇ ਕਰਕੇ ਮੁਕਰ ਗਏ। ਹਾਂਜੀ ਯਾਨੀ ਕਿ ਉਸ ਸਮੇਂ ਜਿਹੜੇ ਵਾਅਦੇ ਕੁਝ ਹੋਰ ਹੁੰਦੇ ਨੇ, ਪਰ ਸ਼ਹਾਦਤ ਦਾ ਜਿਹੜਾ ਮੁੱਲ ਸਰਕਾਰਾਂ ਉਸ ਤਰੀਕੇ ਨਾਲ ਪਾਉਂਦੀਆਂ ਨਹੀਂ। ਮੈਂ ਤਾਂ ਕੋਈ ਨਹੀਂ ਪੁੱਛਦਾ, ਇਹਦਾ ਦੋਸਤ ਤਾਂ ਪਿੱਛੇ ਜੇ ਗੁਜ਼ਰਿਆ ਸੀ, ਉਹਦੇ 2 ਬੱਚੇ ਤੇ ਇੱਕ ਘਰ ਵਾਲੀ, ਬਹੁਤ ਚੰਗਾ ਬੱਚਾ ਸੀ ਉਹ, ਤੇ ਉੱਥੇ ਵੀ ਚਲੋ ਸਿਵਲ 'ਚ ਸੀਗਾ ਉਹ ਤਾਂ, ਬੜੀ ਦੁਨੀਆ ਆਈ, ਬੜਿਆਂ ਨੇ ਭਾਸ਼ਣ ਦਿੱਤੇ, ਤੂੰ ਸਾਡੀ ਬੇਟੀ ਆ, ਅਸੀਂ ਤੇਰਾ ਸਾਥ ਦੇਵਾਂਗੇ, ਅਸੀਂ ਤੇਰੇ ਨਾਲ ਇੱਦਾਂ ਕਰਾਂਗੇ। ਪਰ ਉਸ ਵੇਲੇ ਮੈਂ ਤਾਂ ਉਹਨੂੰ ਕਿਹਾ ਪੁੱਤ ਕਹਿਣ ਦੀਆਂ ਗੱਲਾਂ ਹੋ ਰਿਹਾ ਤੇ ਇਹਨਾਂ ਨੇ ਸੁਣਨਾ ਕਿਸੇ ਨੇ ਨਹੀਂ। ਹੁਣ ਉਹ ਕਹਿੰਦੀ ਮਾਤਾ ਜੀ ਜੋ ਤੁਸੀਂ ਕਹਿੰਦੇ ਸੀ ਕੋਈ ਸਾਰ ਨਹੀਂ ਲੈਂਦਾ। ਮੈਂ ਕਿਹਾ ਇਹਨਾਂ ਦਾ ਫੋਟੋ ਤਾਂ ਹੀ ਮਤਲਬ ਹੁੰਦਾ, ਫੋਟੋ ਕਰਾ ਜਾਣੀਆਂ ਤੇ ਵੱਡੇ ਵੱਡੇ ਵਾਅਦੇ ਕਰ ਜਾਣੇ, ਅਸੀਂ ਉਹਨਾਂ ਦੇ ਮਗਰ ਥੋੜ੍ਹਾ ਫਿਰਨਾ। ਇੱਦਾਂ ਸਾਡੇ ਨਾਲ ਹੋਈ ਆ, ਸਾਰੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਹੋ ਰਹੀ ਆ। ਕਿਸੇ ਕੋਈ 26 ਜਨਵਰੀ ਨਹੀਂ ਉਹਨਾਂ ਦੇ ਨਾਂ ਤੇ ਮਨਾਉਂਦਾ, ਕੋਈ 15 ਅਗਸਤ ਨਹੀਂ ਮਨਾਉਂਦਾ, ਕੋਈ ਇਹਨਾਂ ਦਾ ਕਾਰਗਿਲ ਦਿਵਸ ਨਹੀਂ ਮਨਾਉਂਦਾ। ਅੱਛਾ, ਕੋਈ ਯਾਦਗਾਰ ਬਣਾਈ ਗਈ ਦਲਜੀਤ ਹੋਣਾ ਦੇ ਨਾਂ ਦੇ ਉੱਪਰ? ਹਾਈ ਸੈਕੰਡਰੀ ਸਕੂਲ ਦਕੋਆ ਤੇ ਦਲਜੀਤ ਸਿੰਘ ਦੇ ਨਾਂ ਆ। ਹਾਂਜੀ ਉੱਥੇ ਬਣਾਇਆ। ਪਹਿਲਾਂ ਤਾਂ ਰੋਡ ਵੀ ਆ, ਪੁਲ ਤੋਂ ਲਾ ਕੇ ਜੰਡੂ ਸਿੰਘੇ ਤਾਈ ਸੀਗਾ, ਤੇ ਹੁਣ ਵੀ ਅਸੀਂ ਫਿਰ ਬੋਰਡ ਪੱਟ ਦਿੱਤੇ ਆ ਜਦੋਂ ਸੜਕਾਂ ਬਣੀਆਂ। ਉਹਦਾ ਇਹ ਰੋਡ ਵੀ ਉਹਦੇ ਨਾਂ ਤੇ ਕਾਗਜ਼ਾਂ 'ਚ ਹੈਗਾ। ਹਾਂਜੀ
ਨਾਮ ਨਹੀਂ ਹੈਗਾ ਨਹੀਂ ਫਿਰ ਬੋਰਡ ਸੜਕਾਂ ਬੜੀਆਂ ਕਰਕੇ ਕਾਰਪੋਰੇਸ਼ਨ ਨੇ ਪੱਟ ਪੁੱਟ ਕੇ ਲੈ ਗਏ। ਹੁਣ ਤਾਂ ਪੂਰੀ ਕੋਸ਼ਿਸ਼ ਕਰੀਏ ਫਿਰ ਹੀ ਲੱਗਣੇ ਆ। ਅਸੀਂ ਕਿਹਾ ਚਲੋ ਸਕੂਲ ਉਹਦੇ ਨਾਂ ਤੇ ਹੈਗਾ। ਇਹ ਨੱਠ ਭੱਜ ਵਾਲੀਆਂ ਗੱਲਾਂ ਬਹੁਤ ਹੈ। ਮਾਤਾ ਜੀ ਬੜਾ ਔਖਾ ਹੁੰਦਾ ਜਦੋਂ ਜਵਾਨ ਪੁੱਤ ਸ਼ਹੀਦੀ ਪਾ ਜੇ। ਗੱਲਾਂ ਸਰਕਾਰਾਂ ਬਹੁਤ ਕਰਦੀਆਂ ਨੇ, ਕੋਈ ਸਾਰ ਲੈਣ ਆਉਂਦਾ ਪਰਿਵਾਰ ਦੀ? ਨਹੀਂ ਕੋਈ ਨਹੀਂ ਜੀ ਆਉਂਦਾ। ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਵਾਅਦੇ ਵੱਡੇ ਵੱਡੇ ਕਰ ਜਾਂਦੇ ਆ, ਵਾਅਦੇ ਤੇ ਪੂਰੇ ਉਤਰਦੇ ਨਹੀਂ, ਫਿਰ ਮੁੱਕਰ ਜਾਂਦੇ ਆ ਤੇ ਬਸ ਆਪਣੇ ਸਿਰ ਤੇ ਹੀ ਝੱਲੀਆਂ ਜੋ ਵੀ ਝੱਲੀਆਂ। ਇੱਕ ਆ ਨੌਜਵਾਨ ਕੈਸ਼ਪ ਸਭਾ ਹੈਗੀ ਆ, ਇਹ ਸਾਡੇ ਬੱਚਿਆਂ ਨੂੰ ਹਰ ਸਾਲ ਯਾਦ ਕਰਦੀ ਆ। ਘਰੋਂ ਤਾਂ ਗਰੀਬ ਆ ਉਹ ਵਿਚਾਰੇ, ਤੇ ਉਹਨਾਂ ਨੇ ਆਪਣੀ ਇੱਕ ਸੰਸਥਾ ਬਣਾਈ ਹੋਈ ਆ ਤੇ ਉਹਦੇ ਵਿੱਚ ਅੱਜ ਉਹਨਾਂ ਨੇ ਬਹੁਤ ਕਾਰਗਲ ਦੇ ਸ਼ਹੀਦ ਪਤਨੀਆਂ ਇਕੱਠੀਆਂ ਕੀਤੀਆਂ ਆ, ਜਿਨ੍ਹਾਂ ਵਿੱਚ ਜਿੰਨਾ ਵੀ ਉਹਨਾਂ ਤੋਂ ਹੁੰਦਾ ਸਨਮਾਨਿਤ ਕਰਦੇ ਆ। ਹੋਰ ਅੱਜ ਤੱਕ ਕਿਸੇ ਨੇ ਨਹੀਂ ਕੀਤਾ। ਫੌਜ ਦੇ ਵੱਲੋਂ ਫਿਰ ਸਹੂਲਤਾਂ ਉਸ ਤੋਂ ਬਾਅਦ ਦਿੱਤੀਆਂ ਗਈਆਂ ਪਤਨੀ ਨੂੰ? ਜਿੱਦਾਂ ਸੀ ਬੁੱਟੀ ਦਾ ਉਹਨਾਂ ਨੂੰ ਦੇਤਾ, ਪੈਟਰੋਲ ਪੰਪ ਦਾ ਤਾਂ ਦਾ ਗਿਆ ਸੀ ਗੈਸ ਏਜੰਸੀ ਦਾ, ਉਹ ਨਹੀਂ ਫਿਰ ਸਾਨੂੰ ਮਿਲੀ। ਉਹ ਨਾ ਮਿਲਣ ਦਾ ਕਾਰਨ? ਅਸੀਂ ਕੁਝ ਗਰੀਬ ਵੀ ਸੀਗੇ, ਸਾਤੋਂ ਨੱਠ ਭੱਜ ਨਹੀਂ ਹੋਈ ਤੇ ਬਸ ਫਿਰ ਇਦਾਂ ਹੀ। ਫਿਰ ਜੇ ਅਸੀਂ ਕੋਈ ਬੰਦੇ ਪਾਏ, ਚਲੋ ਨਾ ਦਿੰਦੇ ਸਾਨੂੰ ਲਾਇਸੈਂਸ ਹੀ ਕੋਈ ਕਿਸੇ ਨੂੰ ਦਵਾ ਕੇ ਅਸੀਂ ਲੈ ਲੈਂਦੇ। ਅੱਜ ਬੱਚੇ ਸਾਡੇ ਉਹੀ ਖਾਂਦੇ, ਪਰ ਸਾਡੇ ਨਾਲ ਕਿਸੇ ਨੇ ਨਹੀਂ ਕੀਤਾ। ਹਾਂ, ਜਦੋਂ ਇਹ ਦਿਨ ਆਉਂਦੇ ਨੇ ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਤਾਂ ਬੜਾ ਦੁੱਖ ਦਾ ਸਮਾਂ ਜਿਹੜਾ ਉਹ ਘਰਾਂ ਦੇ ਵਿੱਚ ਹੋ ਜਾਂਦਾ, ਪਰ ਪੁੱਤ ਦੀ ਸ਼ਹਾਦਤ ਤੇ ਫਕਰ ਰਹਿੰਦਾ ਤੁਹਾਨੂੰ? ਹਾਂਜੀ ਬਹੁਤ ਜ਼ਿਆਦਾ ਜੀ। ਅਸੀਂ ਸੋਚਦੇ ਹਾਂ ਵੀ ਚਲੋ ਜੇ ਸੜਕਾਂ ਤੇ ਡਿੱਗ ਕੇ ਅਸੀਂ ਵੀ ਮਰ ਜਾਣਾ, ਸਾਡਾ ਉਦੋਂ ਹੀ ਤਾਂ ਨਾ ਆਉਣਾ ਜਿੱਦਾਂ ਤੇ ਭੋਗ ਆਉਣਾ, ਮਗਰੋਂ ਕਹਿਣਾ ਉਹ ਹੁੰਦਿਆ ਹੀ ਸੀ। ਤੇ ਚਲੋ ਸਾਡੇ ਬੱਚੇ ਦਾ ਇਹ ਅਸੀਂ ਵੀ ਮਰ ਜਾਣਾ, ਉਹਦੀ ਦੁਨੀਆ ਤਾਂ ਹੀ ਨਾਂ ਰਹਿ ਜਾਣਾ, ਸੁਨਹਿਰੀ ਅੱਖਰਾਂ 'ਚ ਉਹਦਾ ਨਾਂ ਲਿਖਿਆ ਗਿਆ ਤੇ ਸਾਰੀ ਜ਼ਿੰਦਗੀ ਉਹਦਾ ਨਾਂ ਰਹਿ ਜਾਣਾ। ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਇਹ ਦਲਜੀਤ ਸਿੰਘ ਹੋਣਾ ਦੇ ਮਾਤਾ ਨੇ ਜਿਹੜੇ ਕਾਰਗਿਲ ਦੇ ਵਿੱਚ ਸ਼ਹੀਦ ਹੋ ਗਏ ਸੀਗੇ। 11 ਜੁਲਾਈ 1999 ਨੂੰ ਦਲਜੀਤ ਹੋਣਾ ਦੀ ਸ਼ਹਾਦਤ ਹੁੰਦੀ ਹੈ। ਪਰਿਵਾਰਾਂ ਦੇ ਲਈ ਬੇਹੱਦ ਦੁੱਖ ਦਾ ਸਮਾਂ ਹੁੰਦਾ ਹੈ। ਬੇਸ਼ੱਕ ਹਰ ਸਾਲ ਇਹ ਦਿਨ ਆਉਂਦੇ ਨੇ, ਕਾਰਗਿਲ ਵਿਜੇ ਦਿਵਸ ਮਨਾਇਆ ਜਾਂਦਾ ਹੈ। ਇੱਕ ਦਿਨ ਉਹਨਾਂ ਸ਼ਹੀਦਾਂ ਨੂੰ ਯਾਦ ਜ਼ਰੂਰ ਕੀਤਾ ਜਾਂਦਾ ਹੈ, ਪਰ ਪੂਰਾ ਸਾਲ ਪਰਿਵਾਰ ਕਿਵੇਂ ਸਮਾਂ ਗੁਜ਼ਾਰਦੇ ਨੇ ਇਹ ਪਰਿਵਾਰ ਹੀ ਜਾਣਦੇ ਨੇ, ਕਿਉਂਕਿ ਦਾਅਵੇ ਤੇ ਵਾਅਦੇ ਸਰਕਾਰਾਂ ਵੱਡੇ ਕਰ ਦਿੰਦੀਆਂ ਨੇ ਪਰ ਉਹਨਾਂ ਨੂੰ ਪੁਗਾਇਆ ਨਹੀਂ ਜਾਂਦਾ। ਇਹ ਦੁੱਖ ਜੇਕਰ ਕੋਈ ਜਾਣ ਸਕਦਾ ਤਾਂ ਉਹ ਸਿਰਫ ਪਰਿਵਾਰ ਨੇ, ਜੋ ਅੱਜ ਤੱਕ ਆਪਣੇ ਪੁੱਤਾਂ ਦੀ ਸ਼ਹਾਦਤ ਦਾ ਸੰਤਾਪ ਭੋਗ ਰਹੀਆਂ ਨੇ। ਕੈਮਰਾਮੈਨ ਅਭੀ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਟੀਵੀ ਪੰਜਾਬ, ਜਲੰਧਰ।